ਤੁਹਾਨੂੰ ਪਤਾ ਹੈ ਕਿ ਅੱਜ ਤੱਕ ਜਿਹੜੀ ਵੀ ਪਾਰਟੀ ਸੱਤਾ ਤੇ ਕਾਬਜ਼ ਹੋਈ ਹੈ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਤਰਜੀਹ ਦਿੱਤੀ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਆਇਆ ਜਾਂ ਕੋਈ ਹੋਰ ਹੈ। ਤੇ ਹੁਣ ਜੇ ਕੈਪਟਨ ਬੈਠਾ ਤੇ ਉਹ ਵੀ ਬੀਬੀ ਸਤਿੰਦਰ ਕੌਰ, ਇਹ ਪੰਚਾਇਤੀ ਪੈਸਿਆਂ ਦੇ ਗਮਨ 'ਚ ਸਸਪੈਂਡ ਵੀ ਹੋ ਚੁੱਕੀ ਆ। ਆ ਸਾਰੇ ਇਹਨੂੰ ਕੁਝ ਹੀ ਦਿਨ ਹੋਏ ਨੇ ਸਸਪੈਂਡ ਹੋਈ ਨੂੰ। ਜੋ ਸਰਪੰਚ ਸਤਵਿੰਦਰ ਕੌਰ ਭਲਾਈਪੁਰ ਸਰਪੰਚ MLA ਸਾਹਿਬ ਸੰਤੋਖ ਸਿੰਘ ਦੀ ਜੋ ਕਿ ਭੈਣ ਆ, ਉਹ ਹੋ ਸਕਦਾ ਹੁਣ ਪਤਾ ਲੱਗਾ ਸਸਪੈਂਡ ਵੀ ਹੋ ਚੁੱਕੀ ਆ ਕਿ ਉਹ ਆਪਣੇ ਚਹੇਤਿਆਂ ਨੂੰ ਆਪਣੇ ਨੇੜੇ ਦਿਆਂ ਨੂੰ ਸਸਤੀ ਕਰਕੇ ਪਰਦੇ ਨਾਲ ਜ਼ਮੀਨ ਦੇਣੀ ਦੇ ਦਿੱਤੀ, ਸਮਝੋ ਸਾਨੂੰ ਪਤਾ ਲੱਗਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤੇ ਪੰਜਾਬ ਦੇ ਕਈ ਨੇਤਾ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੇ ਚੁੱਕਦੇ ਹੋਏ ਨਜ਼ਰ ਆ ਰਹੇ ਨੇ, ਲੇਕਿਨ ਤਸਵੀਰ ਕੁਝ ਅਲੱਗ ਬਿਆਨ ਕਰਦੀ ਹੈ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਰਈਆ ਪਿੰਡ ਦੀ, ਤਾਂ ਉੱਥੇ ਇੱਕ ਜ਼ਮੀਨ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਹੈ ਉਹ ਖੜਾ ਹੁੰਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਹੈ, ਤੇ 20 ਏਕੜ ਜ਼ਮੀਨ ਜਿਹੜੀ ਆ ਉਹਦੀ ਬੋਲੀ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਆ ਉਹ ਵੀ ਵੱਧਦਾ ਜਾ ਰਿਹਾ। ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਬਲਦੇਵ ਸਿੰਘ ਸਰਸਾ ਜੀ। ਸਰਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ। ਸਰਸਾ ਸਾਹਿਬ, ਲਗਾਤਾਰ ਹੀ ਜਿਸ ਤਰ੍ਹਾਂ 6 ਮਹੀਨੇ ਤੋਂ ਤੁਸੀਂ ਦਿੱਲੀ ਬਾਰਡਰ ਤੇ ਬੈਠੇ ਹੋਏ ਹੋ, ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਪੰਜਾਬ 'ਚ ਗੱਲ ਕੀਤੀ ਜਾਵੇ ਤਾਂ ਕਈ ਲੀਡਰ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਕਿਸਾਨਾਂ ਦੇ ਹੱਕ 'ਚ ਨੇ, ਲੇਕਿਨ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਜਿਸ ਵਿੱਚ ਓਪਨ ਬੋਲੀ ਨਹੀਂ ਕਰਵਾਈ ਜਾ ਰਹੀ, ਆਪਣੇ ਪਰਿਵਾਰਿਕ ਸਦੱਸਿਆਂ ਨੂੰ ਜਿਹੜਾ ਆ ਉਹ ਸਹਿਯੋਗ ਕੀਤਾ ਜਾ ਰਿਹਾ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀ ਦੋਹਰੀ ਮਾਪਦੰਡ ਨੂੰ ਤੁਸੀਂ? ਦੇਖੋ, ਜਿਹੜੀ ਗੱਲ ਤੁਸੀਂ ਦਿੱਲੀ ਦੀ ਕੀਤੀ ਹੈ, ਦਿੱਲੀ ਦੇ ਸਾਨੂੰ 6 ਮਹੀਨੇ ਹੋ ਗਏ ਨੇ। 2 ਮਹੀਨੇ ਪਹਿਲਾਂ ਅਸੀਂ ਪੰਜਾਬ ਦੇ ਰੇਲਵੇ ਟਰੱਕਾਂ 'ਤੇ ਬੈਠੇ ਰਹੇ। 8 ਮਹੀਨੇ ਤੋਂ ਲਗਾਤਾਰ ਅਣਮਿੱਥੇ ਸਮੇਂ ਦੇ ਧਰਨੇ ਜਿਹੜੇ ਨੇ ਉਹ ਚੱਲ ਰਹੇ ਨੇ, ਔਰ ਲੱਖਾਂ ਲੋਕ ਜਿਹੜੇ ਕਿਸਾਨ ਨੇ ਉਸ ਇਸ ਧਰਨੇ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ। ਔਰ ਅੱਜ ਉਹ ਧਰਨਾ ਜਿਹੜਾ ਹੈ ਸ਼ਾਂਤਮਈ ਚੱਲਣ ਕਰਕੇ, ਲੰਬਾ ਸਮਾਂ ਚੱਲਣ ਕਰਕੇ ਅਤੇ ਬਹੁਤ ਗਿਣਤੀ ਉੱਥੇ ਚੱਲਣ ਕਰਕੇ ਅਤੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਬਹੁਤ ਹੀ ਇਸ ਟਾਈਮ 'ਤੇ ਪਾਪੂਲਰ ਹੈ। ਔਰ ਇਸ ਧਰਨੇ ਦੇ ਨਾਲ ਲੋਕ ਜਿਹੜੇ ਨੇ ਦਿਨ ਪ੍ਰਤੀ ਦਿਨ ਜਿਹੜੀ ਆ ਉਹ ਜੁੜ ਰਹੇ ਨੇ, ਅਤੇ ਸਰਕਾਰ ਜਿਹੜੀ ਆ ਉਹ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ, ਅਜੇ ਵੀ ਅੜੀਅਲ ਵਤੀਰਾ ਚੱਲ ਰਹੀ ਆ। ਜਿਹੜੀ ਗੱਲ ਤੁਸੀਂ ਕੀਤੀ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ, ਇਹ ਰਾਜਨੀਤਿਕ ਲੋਕ ਜਿਹੜੇ ਨੇ ਇਹਨਾਂ 'ਤੇ ਮਿਸਾਲ ਬੜੀ ਢੁਕਦੀ ਆ ਕਿ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ। ਇਹ ਲੋਕ ਜੋ ਕਹਿੰਦੇ ਨੇ ਉਹ ਕਰਦੇ ਨੇ, ਉਹ ਚਾਹੇ ਕਾਂਗਰਸ ਪਾਰਟੀ ਹੋਵੇ, ਚਾਹੇ BJP ਪਾਰਟੀ ਹੋਵੇ, ਚਾਹੇ ਅਕਾਲੀ ਪਾਰਟੀ ਹੋਵੇ ਜਾਂ ਕੋਈ ਹੋਰ। ਇੱਥੇ ਤੁਸੀਂ ਦੇਖ ਰਹੇ ਹੋ ਕਿ ਕੁਲਵੰਤ ਸਿੰਘ ਕਿਸਾਨ ਨੇ ਜਿਹੜੇ ਕਿ ਭੰਡਾਲ ਪਿੰਡ ਤੋਂ ਨੇ, ਜ਼ਿਲ੍ਹਾ ਕਪੂਰਥਲਾ ਤੋਂ। ਇਹ ਵਜ਼ੀਰ ਭੁੱਲਰ ਪਿੰਡ ਦੀ ਪੰਚਾਇਤੀ ਜ਼ਮੀਨ ਜੋ ਕਿ ਦਰਿਆ ਬਿਆਸ ਦੇ ਦੂਸਰੇ ਪਾਸੇ ਜਲੰਧਰ ਸਾਈਡ 'ਤੇ ਹੈ, ਉਹ ਜ਼ਮੀਨ ਪੰਚਾਇਤ ਭੁੱਲਰ ਦੀ ਜਿਹੜੀ ਸਰਪੰਚ ਹੈ ਬੀਬੀ ਸਤਿੰਦਰ ਕੌਰ, ਜਿਹੜੀ ਕਿ ਇਸ ਗਮਨ ਦੇ ਕੇਸ ਵਿੱਚ ਸਸਪੈਂਡ ਹੋ ਗਈ ਹੈ, ਉਹ MLA ਸਰਦਾਰ ਸੰਤੋਖ ਸਿੰਘ ਭਲਾਈਪੁਰ ਦੀ ਭੈਣ ਹੈ। ਔਰ ਉਹਨੇ ਆਪਣੀ ਮਰਜ਼ੀ ਦੇ ਨਾਲ ਆਪਣਾ ਜਿਹੜਾ ਸੀ ਉਹ ਰਸੂਖ ਵਰਤਦਿਆਂ ਹੋਇਆਂ ਜਿਹੜਾ ਸੀ ਇਹਨਾਂ ਨੂੰ ਜ਼ਮੀਨ 2 ਸਾਲ ਵਾਸਤੇ ਦਿੱਤੀ ਹੋਈ ਸੀ, ਲੇਕਿਨ ਇਹਨਾਂ ਕੋਲੋਂ ਜ਼ਮੀਨ ਖੋਹ ਕੇ ਅਤੇ ਉਹਨਾਂ ਨੇ ਅੱਗੇ ਦੇ ਦਿੱਤੀ, ਅਤੇ ਪਰਦੇ ਨਾਲ ਹੀ ਜਿਹੜੀ ਸੀ ਉਹ ਪੈਸੇ ਉਹ ਕੋਲ ਲੈ ਕੇ ਅਤੇ ਅੱਗੇ ਕਰਤਾ। ਇਹਨਾਂ ਨੇ ਬਹੁਤ ਭੱਜ ਨੱਠ ਕੀਤੀ, ਮੈਂ ਵੀ ਨਾਲ ਗਿਆ, PDP ਕੋਲ ਗਿਆ। ਇਹਨਾਂ ਦੀ ਫਸਲ ਕੱਟੀ, ਜਿਹੜੀ ਬੀਜੀ ਹੋਈ ਫਸਲ ਵੱਢ ਰਹੇ ਸੀ, ਫਸਲ ਤਾਂ ਅਸੀਂ ਜਿਹੜੀ ਸੀ ਉਹ ਨਾ ਵੱਢਣ ਦਿੱਤੀ, ਫਸਲ ਤਾਂ ਅਸੀਂ ਵੱਢ ਲਈ, ਲੇਕਿਨ ਕਮਾਦ ਦੀ ਜਿਹੜੀ ਫਸਲ ਸੀ ਉਹ ਫਿਰ ਲੈ ਗਈ। ਇਸ ਵਾਰੀ ਹੁਣ ਜਿਹੜੀ ਫਿਰ ਇਸ ਜ਼ਮੀਨ ਦੀ ਜਿਹੜੀ ਬੋਲੀ ਹੋਣੀ ਸੀ ਉਹਨਾਂ ਨੇ ਬੋਲੀ ਨਹੀਂ ਕਰਾਈ, ਪਰਦੇ ਦੇ ਨਾਲ ਹੀ ਜਿਹੜਾ ਉਹਨੂੰ ਅੰਦਰ ਖਾਤੇ ਬੋਲੀ ਜ਼ਮੀਨ ਜਿਹੜੀ ਆ ਸਰਪੰਚ ਨੇ ਦੂਸਰੀ ਪਾਰਟੀ ਨੂੰ ਦੇ ਦਿੱਤੀ ਹੈ, ਔਰ ਸਸਤੇ ਰੇਟ 'ਚ ਦਿੱਤੀ ਹੈ। ਕੁਲਵੰਤ ਸਿੰਘ ਜਿਹੜੇ ਕਿ ਪੈਸੇ ਲੈ ਕੇ ਤੁਰੇ ਫਿਰ ਰਹੇ ਨੇ ਵੀ ਉਹ ਚਾਹੁੰਦੇ ਨੇ ਕਿ ਇਹ ਜ਼ਮੀਨ ਦੀ ਬੋਲੀ ਜਿਹੜੀ ਆ ਉਹ ਖੁੱਲ੍ਹੀ ਹੋਵੇ, ਖੁੱਲ੍ਹੀ ਬੋਲੀ ਰਾਹੀਂ ਜਿਹੜਾ ਵੱਧ ਕੇ ਪੈਸੇ ਦੇਵੇਗਾ ਉਹ ਲੈ ਜਾਵੇ। ਹੁਣ ਹੋਣਾ ਤਾਂ ਇਹ ਚਾਹੀਦਾ ਕਿ ਪੰਚਾਇਤ ਨੂੰ ਜਿਹੜਾ ਆਦਮੀ ਵੱਧ ਪੈਸੇ ਦੇ ਕੇ ਅਤੇ ਜ਼ਮੀਨ ਲੈਂਦਾ ਅਤੇ ਉਹਨੂੰ ਦੇਵੇ, ਲੇਕਿਨ ਇੱਥੇ ਉਲਟ ਹੋ ਰਿਹਾ, ਕਿਉਂਕਿ ਇਹ ਜਿਹੜੀ ਜ਼ਮੀਨ ਹੈ ਉਹ ਪਰਦੇ ਦੇ ਨਾਲ ਹੀ ਸਸਤੇ ਰੇਟ ਦੇ ਕੇ, ਅਤੇ ਇੱਥੋਂ ਤੱਕ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਜਿਹਨੂੰ ਸਸਤੇ ਰੇਟ 'ਚ ਦਿੱਤੀ ਆ ਉਹ ਰਸੀਦ 'ਤੇ ਘੱਟ ਪੈਸਿਆਂ ਦੀ ਆ, ਪੈਸੇ ਕੋ ਵੱਧ ਲਏ ਨੇ, ਲੇਕਿਨ ਉਹ ਸਾਰਾ ਰਲ ਮਿਲ ਕੇ ਜਿਹੜਾ ਉਹ ਗਮਨ ਕਰ ਗਏ ਪੈਸੇ ਦਾ। ਅਤੇ ਇਹਨਾਂ ਦੀ ਮੰਗ ਹੈ ਕਿ ਖੁੱਲ੍ਹੀ ਬੋਲੀ ਰਾਹੀਂ ਜ਼ਮੀਨ ਬੋਲੀ ਕਰਾਓ, ਅਤੇ ਖੁੱਲ੍ਹੀ ਬੋਲੀ ਰਾਹੀਂ ਜਿਹੜਾ ਵੀ ਕੋਈ ਜ਼ਮੀਨ ਦੀ ਬੋਲੀ ਦੇ ਕੇ ਵੱਧ ਪੈਸੇ ਦੇਵੇਗਾ
ਤੇ ਉਹ ਲੈ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਸਰਸਾ ਸਾਹਿਬ, ਜਦੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਸੀ, ਇਹੀ ਕਾਂਗਰਸੀ ਲੀਡਰ ਸੀਗੇ ਜਿਹੜੇ ਧਾੜਾ ਮਾਰ-ਮਾਰ ਕਹਿੰਦੇ ਸੀਗੇ ਅਸੀਂ ਕਿਸਾਨਾਂ ਦੇ ਨਾਲ ਆ। ਇਹ ਲੋਕਾਂ ਨੇ ਕਿਸ ਨਾਲ ਜਿਹੜਾ ਸੀਗਾ ਲਾਗੇ ਬਹਿ ਕੇ ਜਿਹੜੇ ਤਿੰਨੇ ਖੇਤੀ ਕਾਨੂੰਨ ਪਾਸ ਕਰਵਾਏ। ਕੀ ਲੱਗਦਾ ਨਹੀਂ ਕਿ ਅੰਦਰ ਖਾਤੇ ਦੇ ਵਿੱਚ ਅੱਕ ਦੂਜਾ ਮਿਲੇ ਹੋਏ ਨੇ, ਜਾਣਬੁੱਝ ਕੇ ਦੂਸ਼ਣਬਾਜ਼ੀਆਂ ਕੀਤੀਆਂ ਜਾਂਦੀਆਂ ਨੇ? ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਸੰਤੋਖ ਸਿੰਘ ਭਲਾਈਪੁਰ ਜਿਹੜੇ ਨੇ ਉਹਨਾਂ ਦੀ ਦਿਸਾ ਸੀਗਾ ਭੈਣ ਕੋਲੋਂ ਇਹ ਜ਼ਮੀਨ ਹੈਗੀ ਆ। ਕੀ ਲੱਗਦਾ ਨਹੀਂ ਕਿ ਆਪਣੇ ਪਰਿਵਾਰਿਕ ਜਿਹੜੇ ਮੈਂਬਰ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪੂਰੀ? ਤੁਹਾਨੂੰ ਪਤਾ ਹੈ ਕਿ ਅੱਜ ਤੱਕ ਜਿਹੜੀ ਵੀ ਪਾਰਟੀ ਸੱਤਾ ਤੇ ਕਾਬਜ਼ ਹੋਈ ਆ, ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਤਰਜੀਹ ਦਿੱਤੀ ਹੈ। ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਆਇਆ ਜਾਂ ਕੋਈ ਹੋਰ ਹੈ, ਤੇ ਹੁਣ ਜੇ ਕੈਪਟਨ ਬੈਠਾ ਤੇ ਉਹ ਵੀ, ਤੇ ਇਹਦੇ ਜਿਹੜੇ MLA ਤੇ ਮੰਤਰੀ ਨੇ, ਅੱਜ ਤੱਕ ਸਾਰੇ ਇਲਜ਼ਾਮ ਤੁਹਾਡੇ ਸਾਹਮਣੇ ਇਹਨਾਂ ਦੇ MLA ਤੇ ਮੰਤਰੀਆਂ ਦੇ। ਹੁਣ ਤੁਸੀਂ ਦੱਸੋ ਵੀ ਅੱਜ ਜਿਹੜੇ ਕੈਪਟਨ ਸਾਹਿਬ ਸਿੱਧੂ ਦੀਆਂ ਫਾਈਲਾਂ ਕੱਢ ਰਹੇ ਨੇ, ਸਰਦਾਰ ਪ੍ਰਗਟ ਸਿੰਘ ਦੀਆਂ ਫਾਈਲਾਂ ਕੱਢ ਰਹੇ ਨੇ, ਚਰਨਜੀਤ ਚੰਨੀ ਦੀਆਂ ਫਾਈਲਾਂ ਕੱਢੀਆਂ ਜਾ ਰਹੀਆਂ ਨੇ, ਜਾਂ ਹੋਰਨਾਂ ਦੀਆਂ ਫਾਈਲਾਂ ਕੱਢੀਆਂ ਜਾ ਰਹੀਆਂ ਨੇ। ਪਹਿਲਾਂ ਫਾਈਲਾਂ ਕਿੱਥੇ ਸੀ? ਜਿਹੜਾ ਇਹਨਾਂ ਦੇ ਨਾਲ ਹਾਂ 'ਚ ਹਾਂ ਮਿਲਾਈ ਜਾਵੇ ਉਹ ਠੀਕ ਹੈ, ਉਹ ਦੁੱਧ ਹੈ, ਤੇ ਨਹੀਂ ਤੇ ਇਹਨਾਂ ਨੇ ਜਿਹੜੇ ਇਹ ਇਸ ਤਰ੍ਹਾਂ ਦੇ ਜਿਹੜੇ ਸਕੈਂਡਲ ਨੇ ਉਹ ਤਾਂ ਕੀਤੇ ਹੋਏ ਨੇ, ਤੇ ਤਾਂ ਹੀ ਇੱਕ ਦੂਸਰੇ ਦੇ ਖਿਲਾਫ ਜਦੋਂ ਇਹ ਬੋਲਦੇ ਨੇ ਤੇ ਫਿਰ ਉਹਨਾਂ ਮਸਲਿਆਂ ਨੂੰ ਕੱਢ ਕੇ ਲਿਆਉਂਦੇ ਆ। ਵਰਨਾ ਇਹ ਸਾਰੇ ਇੱਕੋ ਹੈ। ਮੈਂ ਤਾਂ ਤੁਹਾਨੂੰ ਇਹ ਦੱਸਿਆ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਆਵੇ, ਇਹ ਸਾਰੇ ਰਲੇ ਹੋਏ ਨੇ ਇੱਕ ਦੂਸਰੇ ਦੇ ਨਾਲ, ਘਿਓ ਖਿਚੜੀ ਨੇ, ਵੇਖਣ ਨੂੰ ਅੱਡ ਅੱਡ ਪਾਰਟੀਆਂ ਨੇ, ਲੇਕਿਨ ਆਮ ਸਰਕਾਰ ਤਾਂ ਅਸੀਂ ਇਸ ਕਰਕੇ ਬਣਾਉਣੇ ਆ ਵੀ ਇਹ ਸਾਨੂੰ ਚੰਗਾ ਰਾਜ ਤੇ ਚੰਗਾ ਪ੍ਰਸ਼ਾਸਨ ਦੇਣਗੇ, ਲੋਕਾਂ ਨੂੰ ਇਨਸਾਫ ਦੇਣਗੇ। ਪਰ ਇੱਥੇ ਲੋਕਾਂ ਨੂੰ ਇਨਸਾਫ ਨਹੀਂ, ਇਹ ਜਿਹੜੇ MLA ਤੇ ਮੰਤਰੀ ਬਣਦੇ ਨੇ, ਇਹਨਾਂ ਦਾ ਕੇਵਲ ਨਿਸ਼ਾਨਾ ਆਪਣੇ ਚਹੇਤਿਆਂ ਤੇ ਰਿਸ਼ਤੇਦਾਰਾਂ ਦੇ ਘਰ ਭਰਨਾ ਹੁੰਦਾ, ਜਿਹਦੀ ਮਿਸਾਲ ਆ ਤੁਹਾਡੇ ਸਾਹਮਣੇ ਵਜ਼ੀਰ ਭੁੱਲਰ ਪੰਚਾਇਤੀ ਜ਼ਮੀਨ ਦੀ ਜਿਹੜੀ ਆ ਉਹ ਲਿਖਤੀ ਤੌਰ 'ਤੇ ਆ। ਔਰ ਇੱਥੋਂ ਜਿਹੜੀ ਸਰਪੰਚ ਹੈ ਬੀਬੀ ਸਤਿੰਦਰ ਕੌਰ, ਇਹ ਪੰਚਾਇਤੀ ਪੈਸਿਆਂ ਦੇ ਗਮਨ 'ਚ ਸਸਪੈਂਡ ਵੀ ਹੋ ਚੁੱਕੀ ਆ ਸਾਰੇ, ਇਹਨੂੰ ਕੁਝ ਹੀ ਦਿਨ ਹੋਏ ਨੇ ਸਸਪੈਂਡ ਹੋਈ ਨੂੰ, ਤੇ ਪਰ ਅਜੇ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਆ ਨਹੀਂ ਦੱਸੀ ਜਾ ਰਹੀ ਕਿ ਉਹ ਸਸਪੈਂਡ ਹੋ ਗਈ ਆ। ਸੋ ਕੁਲਵੰਤ ਸਿੰਘ ਵੀ ਬੈਠੇ ਨੇ, ਤੁਸੀਂ ਇਹਨਾਂ ਤੋਂ ਪੁੱਛ ਲਓ ਵੀ ਇਹਨਾਂ ਦੇ ਨਾਲ ਕੀ ਵਾਪਰਿਆ। ਸਰਸਾ ਸਾਹਿਬ, ਜਿਸ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਬਰਗਾੜੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਕਿੰਤੂ ਪਰੰਤੂ ਕੀਤੀ ਜਾਂਦੀ ਆ, ਉਸ ਤੋਂ ਬਾਅਦ ਹੀ ਕਿ ਉਹ ED ਦਾ ਜਿਹੜਾ ਸ਼ਿਕੰਜਾ ਜਿਹੜਾ ਕੱਸਿਆ ਜਾ ਰਿਹਾ ਉਹਨਾਂ 'ਤੇ, ਕਿਆ ਲੱਗਦਾ ਕਿ ਵਾਕਈ ਹੀ ਜੋ ਕੁਝ ਕਹਿ ਰਹੇ ਨੇ ਬਿਲਕੁਲ ਹੀ ਸਿਆਸਤ ਨਾਲ ਭਰਿਆ ਹੋਇਆ ਸਾਰਾ ਕੁਛ? ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੱਥ 'ਚ ਗੁਟਕਾ ਲੈ ਕੇ ਤੇ ਕਸਮਾਂ ਚੁੱਕੀਆਂ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਨੇ ਉਹਨੂੰ ਚੰਦ ਦਿਨਾਂ ਦੇ ਵਿੱਚ ਲਿਆ ਕੇ ਤੇ ਕਟਹਿਰੇ 'ਚ ਖੜਿਆ ਕੀਤਾ ਜਾਊਗਾ, ਲੋਕਾਂ ਦੇ ਸਾਹਮਣੇ ਲਿਆਂਦਾ ਜਾਊਗਾ, ਔਰ ਨਸ਼ਾ ਜਿਹੜਾ ਹੈ ਉਹ 4 ਹਫ਼ਤਿਆਂ ਦੇ ਵਿੱਚ ਜਿਹੜਾ ਸੀ ਉਹ ਖਤਮ ਕਰ ਦਿੱਤਾ ਜਾਏਗਾ। ਕੀ ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਨੇ? ਹੁਣ ਤੱਕ ਚੁੱਪ ਰਹੇ ਨੇ। ਤੇ ਜੇ ਅੱਜ ਹੁਣ ਰੰਧਾਵੇ ਵਰਗਿਆਂ ਨੂੰ ਜਾਂ ਨਵਜੋਤ ਸਿੰਘ ਸਿੱਧੂ ਵਰਗਿਆਂ ਨੂੰ ਇਹ ਪਤਾ ਹੈ ਕਿ ਜਦੋਂ ਅਸੀਂ ਲੋਕਾਂ ਵਿੱਚ 5 ਮਹੀਨੇ ਤੱਕ ਕੁਝ ਰਹਿ ਗਏ ਨੇ, 2022 'ਚ ਤਾਂ ਇਲੈਕਸ਼ਨ ਆ ਗਈਆਂ, ਜਦੋਂ ਲੋਕਾਂ ਦੇ ਵਿੱਚ ਜਾਣਾ ਤੇ ਉਹਨਾਂ ਨੇ ਸਾਡੇ ਤੇ ਸਵਾਲ ਕਰਨਾ ਹੈ, ਤੇ ਇਹਨਾਂ ਨੇ ਇਹ ਜਿਹੜਾ ਸੀ ਹੁਣ ਇਸ ਟਾਈਮ ਤੇ ਬੋਲਣਾ ਸ਼ੁਰੂ ਕਰਤਾ, ਤੇ ਕੈਪਟਨ ਨੇ ਜਿਹੜਾ ਸੀ ਉਹਨਾਂ ਦੀਆਂ ਫਾਈਲਾਂ ਕੱਢਣੀਆਂ ਸ਼ੁਰੂ ਕਰਤੀਆਂ ਨੇ ਵੀ ਤੁਸੀਂ ਕੌਣ ਹੋ ਮੇਰੇ ਖਿਲਾਫ ਬੋਲਣ ਵਾਲੇ। ਸੋ ਇਹ ਸਾਰੇ ਇੱਕੋ ਜਿਹੇ। ਕਿ ਕਿਸ ਤਰ੍ਹਾਂ ਫਿਰ ਮੋਰਚਾ ਹੁਣ ਕਿਸ ਤਰ੍ਹਾਂ ਚੱਲ ਰਿਹਾ ਦਿੱਲੀ ਦੀ ਗੱਲ ਕੀਤੀ ਜਾਵੇ, ਕਿਉਂਕਿ ਕੱਲ੍ਹ ਬੀਤੇ ਦਿਨ ਕਹਿੰਦੇ ਬਹੁਤ ਬਾਰਿਸ਼ ਵੀ ਹੋਈ ਹੈ, ਨੁਕਸਾਨ ਵੀ ਕਾਫੀ ਜਿਹੜਾ ਆਇਆ ਵਾ, ਕਿਸ ਤਰ੍ਹਾਂ ਹੁਣ ਦੁਬਾਰਾ ਟੈਂਟਾਂ ਨੂੰ ਕਿਸ ਤਰ੍ਹਾਂ ਦੁਬਾਰਾ ਰਿਵਿਊ ਕੀਤਾ ਜਾਏਗਾ, ਔਰ ਕਿਸ ਤਰ੍ਹਾਂ ਉਹਨਾਂ ਦਾ? ਦੇਖੋ, ਮੋਰਚਾ ਬਹੁਤ ਚੜ੍ਹਦੀ ਕਲਾ 'ਚ। ਇਸ ਤਰ੍ਹਾਂ ਦੀਆਂ ਜਦੋਂ ਕੋਈ ਮੀਂਹ ਹਨੇਰੀ ਝੱਖੜ ਆਉਂਦੇ ਨੇ ਤੇ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਟੈਂਪਰੇਰੀ ਤੌਰ ਦੇ ਉੱਤੇ ਸ਼ੈੱਡ ਬਣਾਏ ਹੁੰਦੇ ਨੇ ਜਾਂ ਝੌਂਪੜੀਆਂ ਬਣਾਈਆਂ ਹੁੰਦੀਆਂ ਨੇ, ਤੰਬੂ ਲਾਏ ਹੁੰਦੇ ਨੇ, ਉਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ। ਤੇ ਹੁਣ ਦੁਬਾਰਾ ਜਿਹੜਾ ਫਿਰ ਤਿਆਰ ਕਰਕੇ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ, ਪਰ ਕਿਸਾਨ ਉੱਥੋਂ ਪਿੱਛੇ ਹਟਣ ਵਾਲੇ ਨਹੀਂ। ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾ ਕੇ ਤੇ MSP ਪੂਰੇ ਭਾਰਤ ਕਾਨੂੰਨ ਦੇ ਤਹਿਤ ਲਾਗੂ ਕਰਾ ਕੇ ਉੱਥੋਂ ਵਾਪਸ ਮੁੜਾਂਗੇ, ਉਤਰਾਂਗੇ। ਇਹ ਪਰਿਵਾਰ ਨੂੰ ਕਿਸ ਤਰ੍ਹਾਂ ਇਨਸਾਫ ਦਿਵਾਇਆ ਜਾ ਸਕਦਾ? ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿੱਥੇ ਅਸੀਂ ਤੁਹਾਡੀ ਮੀਡੀਆ ਤੱਕ ਪਹੁੰਚ ਕੀਤੀ ਹੈ, ਇਸੇ ਤਰ੍ਹਾਂ ਅਫਸਰਾਂ ਤੱਕ ਵੀ ਕੀਤੀ ਹੈ, ਤੇ ਜਿੱਥੋਂ ਤੱਕ ਵੀ ਸਾਡੀ ਆਵਾਜ਼ ਗਈ ਅਸੀਂ ਆਪਦੀ ਆਵਾਜ਼ ਜਿਹੜੀ ਆ ਉਹ ਪੂਰੀ ਲਾਵਾਂਗੇ। ਇਨਸਾਫ ਦਿਵਾਉਣ ਵਾਸਤੇ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਜਿਹੜਾ ਹੈ ਉਹ ਆਪਣੇ ਰਾਤ ਦਿਨ ਸਾਡੇ ਉਪਰਾਲੇ ਨੇ ਤੇ ਉਹ ਕਰਦੇ ਰਹਾਂਗੇ। ਸਰਸਾ ਸਾਹਿਬ, ਅੱਜ ਤੁਹਾਡੇ ਇੱਕ ਮੰਗ ਜਾਂ ਲੈਟਰ ਹੈ, ਉਹ ਵੀ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ, ਗ੍ਰਹਿ ਮੰਤਰੀ ਨੂੰ ਲਿਖਿਆ ਗਿਆ, ਖਾਸ ਤੌਰ 'ਤੇ ਮਾਈਨਿੰਗ ਨੂੰ ਲੈ ਕੇ, ਕਿ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਹੈ ਔਰ ਲਗਾਤਾਰ ਹੀ ਜਿਹੜਾ ਆ ਬਾਰਡਰ ਬੈਲਟ ਦੇ ਲਾਗੇ ਹੋ ਰਹੀ ਹੈ, ਕਿਉਂਕਿ 5 ਵਜੇ ਤੋਂ ਬਾਅਦ ਕਿਸੇ ਬੰਦੇ ਨੂੰ ਉੱਥੇ ਕਿ ਕੋਈ ਕਿਸਾਨ ਜਾ ਨਹੀਂ ਸਕਦਾ।
ਲੇਕਿਨ ਮਾਈਨਿੰਗ ਬੜੀ ਧੜੱਲੇ ਨਾਲ ਹੋ ਰਹੀ ਆ। ਕੀ ਲੱਗਦਾ ਕਿ ਮਿਲੀ ਭੁਗਤ ਆ ਔਰ ਲੈਟਰ ਲਿਖਣ ਨਾਲ, ਕੇਂਦਰ ਮੰਤਰੀ ਨੂੰ ਲੈਟਰ ਲਿਖਣ ਨਾਲ ਜਾਂ ਗ੍ਰਹਿ ਮੰਤਰੀ ਨੂੰ ਲੈਟਰ ਲਿਖਣ ਨਾਲ ਇਹਦਾ ਕੋਈ ਹੱਲ ਨਿਕਲ ਸਕਦਾ ਹੈ ਕੁਛ ਇਹਦਾ? ਦੇਖੋ, ਸਾਡਾ ਕੰਮ ਹੈ ਆਵਾਜ਼ ਉਠਾਉਣੀ। ਅਸੀਂ ਆਵਾਜ਼ ਉਠਾ ਰਹੇ ਹਾਂ। ਅਸੀਂ ਲੋਕਾਂ ਦੇ ਸਾਹਮਣੇ ਇਹ ਚੀਜ਼ ਲਿਆ ਰਹੇ ਹਾਂ ਕਿ ਜਿਹੜਾ ਇਹ ਰਾਵੀ ਦਰਿਆ ਆ, ਇਹਦੇ ਵਿੱਚੋਂ ਪੋਪ ਲਾਈਨਾਂ ਤੇ ਵਰਮੇ ਲਾ ਕੇ ਜਿਹੜਾ ਰੇਤਾ ਕੱਢਿਆ ਜਾ ਰਿਹਾ, ਉਹਦੇ ਨਾਲ ਤੁਸੀਂ ਬੰਨ੍ਹਣ ਨੂੰ ਬਹੁਤ ਖਤਰਾ ਔਰ ਉੱਥੋਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਬਰਬਾਦ ਜਿਹੜੀਆਂ ਨੇ ਉਹ ਹੋ ਜਾਣਗੀਆਂ। ਇਸ ਕਰਕੇ ਉਹਨਾਂ ਨੂੰ ਬਚਾਉਣ ਲਈ ਉਹਨਾਂ ਲੋਕਾਂ ਦੀ। ਤੇ ਇੱਕ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਜਿਹੜੇ ਲੋਕ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਮਾਉਣ ਲਈ ਟਰਾਲੀ ਜਾਂ ਟਰੱਕ ਤੇ ਰੇਤਾ ਲਿਆਉਂਦੇ ਨੇ, ਉਹਨਾਂ ਦੇ ਪਰਚੇ ਤਾਂ ਕੀਤੇ ਜਾਂਦੇ ਆ, ਪਰ ਜਿਹੜੇ ਪੈਸੇ ਲੈ ਰਹੇ ਨੇ ਉਹਨਾਂ ਲੋਕਾਂ ਦੇ ਪਰਚੇ ਨਹੀਂ ਕੀਤੇ ਜਾ ਰਹੇ। ਜਿਹੜੇ ਫਰਜ਼ੀ ਠੇਕੇਦਾਰ ਨੇ, ਜਿਹੜੇ ਪਰਚੀਆਂ ਕੱਟ ਕੇ ਤੇ ਪੈਸੇ ਜਿਹੜਾ ਉਹ ਆਪਣੀ ਜੇਬ 'ਚ ਪਾਉਂਦੇ ਆ, ਤੇ ਪਰਚੇ ਜਿਹੜੇ ਨੇ ਉਹ ਮੁੜ ਕੇ ਹੋ ਜਾਂਦੇ ਆ। ਜਿਸ ਤਰ੍ਹਾਂ ਕਿ ਰਮਦਾਸ ਥਾਣੇ ਦਾ SHO ਤੇ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ, ਲੇਕਿਨ ਜਿਹੜੇ ਮਾਈਨਿੰਗ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ, ਜਦੋਂ ਕਿ ਮਾਈਨਿੰਗ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕਾਰਵਾਈ ਕਰਾਉਣ। ਮਾਈਨਿੰਗ ਅਧਿਕਾਰੀ ਜਿਹੜੇ ਨੇ ਉਹ ਸਰਕਾਰ ਦੇ ਪੋਲੀਟੀਕਲ ਦਬਾਅ ਹੇਠ ਉਹ ਜਿਹੜਾ ਇਹ ਆਪਣਾ ਹੈਗਾ ਮਾਈਨਿੰਗ ਦਾ ਜਿਹੜਾ ਧੰਦਾ ਹੈ 2 ਨੰਬਰ ਦਾ, ਉਹ ਜ਼ੋਰਾਂ ਦੇ ਵਿੱਚ ਕਰ ਰਹੇ ਨੇ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੈਗੀ। ਲੇਕਿਨ ਆਮ ਲੋਕਾਂ ਤੇ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ, ਜਿਹੜੀ ਕਿ ਇਹ ਗਲਤ ਹੈ। ਸੋ ਇਸੇ ਤਰ੍ਹਾਂ ਬਿਆਸ ਦਰਿਆ ਦੇ ਵਿੱਚੋਂ ਵੀ ਜਿਹੜੀ ਰੇਤਾ ਹੈ ਉਹ ਵਰਮੇ ਰਾਹੀਂ ਕੱਢੀ ਜਾ ਰਹੀ ਹੈ ਤੇ ਪੋਪ ਲਾਈਨਾਂ ਦੇ ਨਾਲ ਉਹ ਜਿਹੜੀ ਰੱਦ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ 2 ਨੰਬਰ ਦਾ ਧੰਦਾ ਹੈ। ਸਰਕਾਰਾਂ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ MLA ਤੇ ਮੰਤਰੀ ਜਿਹੜੀਆਂ ਸਰਕਾਰਾਂ ਜਿਸ ਵੀ ਪਾਰਟੀ ਦੀ ਬਣੇ, ਉਹ ਕੇਵਲ ਆਪਣੀਆਂ ਤਿਜੋਰੀਆਂ ਭਰਨ ਵਾਸਤੇ ਹੀ ਬਣਦੇ ਨੇ, ਲੋਕਾਂ ਵਾਸਤੇ ਨਹੀਂ। ਅੱਛਾ, ਲਾਸਟ ਕੁਐਸਚਨ ਸਸਤਾ ਸਾਹਿਬ ਮੇਰਾ, ਇੱਕ ਸਮਾਂ ਸੀਗਾ ਜਦੋਂ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਲਜਾ ਰਾਤ ਲੈ ਕੇ ਆਏ, ਕਹਿੰਦੇ ਸੀਗੇ ਕਿ ਪਾਣੀ ਬੜਾ ਆਉਣਾ, ਮੈਂ ਲੋਕਾਂ ਦੇ ਨਾਲ ਆ, ਮੈਂ ਧੂਸੀ ਤੇ ਬੈਠਾਂਗਾ। ਕੀ ਲੱਗਦਾ ਕਿ ਇਹ ਸਿਰਫ ਪੋਲੀਟਿਕਸ ਸਟੰਟਸ ਹੁੰਦੇ ਨੇ, ਸਿਰਫ ਲੋਕਾਂ ਨੂੰ ਭਰਮਾਉਣ ਦਾ ਤਰੀਕਾ ਹੁੰਦਾ ਆ? ਜਦੋਂ ਸਰਕਾਰ 'ਚ ਆ ਜਾਂਦੇ ਨੇ, ਸੱਤਾ 'ਚ ਆ ਜਾਂਦੇ, ਕਿ ਲੱਗਦਾ ਨਹੀਂ ਚਿਹਰੇ ਬਦਲ ਜਾਂਦੇ ਨੇ ਉਸੇ ਟਾਈਮ ਔਰ ਹਾਵ ਭਾਵ ਬਦਲ ਜਾਂਦੇ ਨੇ ਸਾਰੇ? ਦੇਖੋ, ਜਿਸ ਤਰ੍ਹਾਂ ਅੱਜ ਸੁਖਬੀਰ ਬਾਦਲ ਦਾ ਸਿਰੇ ਜਿੰਨੇ ਵੀ ਅੱਜ ਰੌਲੇ ਪਾਏ ਜੇ ਕਾਂਗਰਸ ਨੇ ਆਹ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ, ਅੱਜ ਉਹਨਾਂ ਨੂੰ ਭੰਡ ਰਹੇ ਨੇ ਤੇ ਲੋਕਾਂ 'ਚ ਆ ਰਹੇ ਨੇ। ਇਹਨਾਂ ਦੇ ਜਿਹੜੇ ਹੁੰਦੇ ਨੇ ਰਾਜਨੀਤਿਕ ਲੋਕ ਜਿਹੜੇ ਨੇ, ਜਦੋਂ ਇਹਨਾਂ ਦੇ ਸੱਤਾ ਤੋਂ ਇਹ ਪਾਸੇ ਹੁੰਦੇ ਨੇ, ਡਾਊਨਫਾਲ 'ਚ ਹੁੰਦੇ ਨੇ, ਉਸ ਟਾਈਮ ਦੇ ਉੱਤੇ ਲੋਕਾਂ ਦੇ ਮਸਲੇ ਜਿਹੜੇ ਆ ਇਹਨਾਂ ਨੂੰ ਚੇਤੇ ਆਉਂਦੇ ਨੇ। ਜਿਵੇਂ ਕਿ ਕਪੂਰੀ ਨਹਿਰ ਦਾ ਲੈ ਲਓ, ਪੰਜਾਬੀ ਬੋਲਦੇ ਇਲਾਕਿਆਂ ਦਾ ਲੈ ਲਓ, ਚੰਡੀਗੜ੍ਹ ਦਾ ਲੈ ਲਓ, ਇਹ ਸਾਰੇ ਮਸਲੇ ਜਿਹੜੇ ਨੇ, ਪਾਣੀਆਂ ਦੇ ਮਸਲੇ ਜਿਹੜੇ ਨੇ, ਉਸ ਟਾਈਮ 'ਤੇ ਇਹਨਾਂ ਦੇ ਸਾਹਮਣੇ ਆ ਜਾਂਦੇ, ਜਿਨ੍ਹਾਂ ਨੂੰ ਬਹੁਤ ਵੱਡੇ ਪੱਧਰ 'ਤੇ ਇਹ ਉਜਾਗਰ ਕਰਦੇ ਆ। ਲੇਕਿਨ ਜਦੋਂ ਸੱਤਾ 'ਚ ਆ ਜਾਂਦੇ ਆ, ਉਸ ਟਾਈਮ 'ਤੇ ਇਹ ਮਸਲੇ ਜਿਹੜੇ ਆ ਸਾਰੇ ਖੂਹ ਖਾਤੇ ਪੈ ਜਾਂਦੇ ਆ ਤੇ ਫਿਰ ਇਹਨਾਂ ਦਾ ਧਿਆਨ ਜਿਹੜਾ ਹੁੰਦਾ ਕਿ ਅਸੀਂ ਪੈਸਾ ਕਿਵੇਂ ਕਮਾਉਣਾ, ਫਿਰ ਇਹ ਪੈਸਾ ਕਮਾਉਣ ਵੱਲ ਜਿਹੜਾ ਉਧਰ ਇਹਨਾਂ ਦਾ ਧਿਆਨ ਹੁੰਦਾ। ਇਹ ਆਉਣੀਆਂ ਇਲੈਕਸ਼ਨਾਂ ਲੜਨ ਵਾਸਤੇ ਜਿਹੜਾ ਉਹ ਪੈਸਾ ਇਕੱਠਾ ਕਰਦੇ ਆ ਤੇ ਆਪਣੇ ਰਿਸ਼ਤੇਦਾਰਾਂ ਤੇ ਜਿਹੜੇ ਵੀ ਚਹੇਤੇ ਹੁੰਦੇ ਨੇ ਉਹਨਾਂ ਦੀ ਤਜ਼ੌਰੀਆਂ ਭਰਨ ਵਾਲੀ ਇਹਨਾਂ ਦਾ ਜਿਹੜਾ ਉਹ ਧਿਆਨ ਹੁੰਦਾ। ਇਹ ਕੋਈ ਵੀ ਪਾਰਟੀ ਆ ਜਦੋਂ ਸੱਤਾ 'ਚ ਹੁੰਦੀ ਆ ਉਦੋਂ ਇਹਨਾਂ ਦੇ ਸਾਹਮਣੇ ਕੋਈ ਮਸਲੇ ਨਹੀਂ ਹੁੰਦੇ, ਤੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਇਹਨਾਂ ਦੇ ਸਾਹਮਣੇ ਬਹੁਤ ਮਸਲੇ ਜਿਹੜੇ ਨੇ ਉਹ ਆ ਜਾਂਦੇ ਆ। ਹੁਣ ਜੇ ਆਪਾਂ ਕੈਪਟਨ ਦੀ ਗੱਲ ਜਿਸ ਤਰ੍ਹਾਂ ਪਹਿਲਾਂ ਕੀਤੀ ਹੈ ਕਿ ਕੈਪਟਨ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਤੇ ਹੱਥ 'ਚ ਗੁਟਕਾ ਫੜ ਕੇ ਕਸਮ ਖਾ ਰਿਹਾ ਕਿ ਮੈਂ ਨਸ਼ਾ ਵੀ ਖਤਮ ਕਰਾਂਗਾ, ਕਸਮ ਖਾ ਰਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਜਿਹੜਾ ਉਹ ਚੰਦ ਦਿਨਾਂ 'ਚ ਸਜ਼ਾ ਦੇਵਾਂਗਾ। 4.5 ਸਾਲ ਹੋ ਗਿਆ ਅਜੇ ਤੱਕ ਕਿਸੇ ਨੂੰ ਸਜ਼ਾ ਦਵਾਈ ਹੈ। ਸੋ ਸਿੱਟਾਂ ਜਿਹੜੀਆਂ ਨੇ, ਸਿੱਟਾ ਅਜੇ ਤੱਕ ਕਦੀ ਨਹੀਂ ਨਿਕਲਿਆ, ਲੇਕਿਨ ਸਿੱਟਾਂ ਜਿਹੜੀਆਂ ਨੇ ਉਹ ਬਣਦੀਆਂ ਰਹਿੰਦੀਆਂ। ਲੇਕਿਨ ਜੇਕਰ ਕਿਸਾਨਾਂ ਦੀ ਗੱਲ ਵੀ ਕੀਤੀ ਜਾਵੇ ਸਸਾ ਸਾਹਿਬ, RSS ਤੇ ਕਿਸਾਨਾਂ ਦੇ ਵਿੱਚ ਕਾਫੀ ਟਕਰਾਵ ਦੇ ਵੇਖਣ ਨੂੰ ਮਿਲਦਾ। ਅੱਜ ਵੀ ਖਬਰਾਂ ਆ ਰਹੀਆਂ ਨੇ ਅਨੰਦਪੁਰ ਸਾਹਿਬ ਤੋਂ ਕਿ ਇਸ ਤਰ੍ਹਾਂ ਦੀਆਂ ਟਕਰਾਵ ਦੀ ਸਥਿਤੀ ਜਿਹੜੀ ਆ ਪੈਦਾ ਹੋ ਗਈ ਸੀਗੀ, ਉੱਤੇ ਬਲੱਡ ਕੈਂਪ ਲਾਇਆ ਗਿਆ ਸੀਗਾ। ਕੀ ਲੱਗਦਾ ਕਿ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹਨਾਂ ਨੂੰ ਜ਼ਰੂਰ ਟੈਕਲ ਕਰਨਾ ਚਾਹੀਦਾ, ਕਿਉਂਕਿ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਨਾਮ ਦਿੱਤੇ ਗਏ ਨੇ, ਕੋਈ ਅੱਤਵਾਦੀ ਨਾਲ ਜੁੜਿਆ ਗਿਆ, ਵੱਖਵਾਦੀ ਨਾਲ ਜੁੜਿਆ ਗਿਆ। ਕੀ ਲੱਗਦਾ ਨਹੀਂ ਕਿ ਉਹਨੂੰ ਥੰਮ ਪਾਉਣ ਵਾਸਤੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਥੋੜ੍ਹੀ ਰੋਕ ਲੱਗਣੀ ਚਾਹੀਦੀ ਆ ਤਾਂ ਜੋ ਕਿ ਕਿਸਾਨਾਂ ਦਾ ਨਾਮ ਨਾ ਖਰਾਬ ਹੋ ਸਕੇ? ਦੇਖੋ, ਜਿਹੜੀ ਕੇਂਦਰ ਦੀ BJP ਸਰਕਾਰ ਹੈ ਉਹ ਆਪਣੇ ਚਹੇਤਿਆਂ ਰਾਹੀਂ, ਆਪਣੀ ਝੋਲੀ ਚੁੱਕਾਂ ਰਾਹੀਂ, ਮਨੋਹਰ ਲਾਲ ਖੱਟੜ ਵਰਗਿਆਂ ਰਾਹੀਂ ਜਾਂ RSS ਦੇ ਜਿਹੜੇ ਵਰਕਰ ਨੇ ਜਗ੍ਹਾ ਤੇ ਉਹਨਾਂ ਰਾਹੀਂ ਦੇਸ਼ ਦੇ ਹਾਲਾਤ ਜਿਹੜੇ ਨੇ ਉਹ ਬਦ ਤੋਂ ਬਦਤਰ ਬਣਾਉਣ ਜਾ ਰਹੇ ਨੇ ਵੀ ਇਹ ਲੋਕਾਂ ਦਾ ਧਿਆਨ ਮੋਰਚੇ ਵੱਲੋਂ ਹਟਾ ਕੇ ਕਿਸੇ ਹੋਰ ਪਾਸੇ ਵੱਲ ਜਿਹੜਾ ਉਹ ਲਾਇਆ ਜਾਵੇ ਤੇ ਲੋਕ ਜਿਹੜੇ ਨੇ ਮੋਰਚੇ ਨੂੰ ਭੁੱਲ ਜਾਣ ਤੇ ਕੋਈ ਨਵਾਂ ਕਾਂਡ ਐਸਾ ਵਾਪਰ ਜਾਏ ਜਿਹਦੇ ਨਾਲ ਕੋਈ ਕਤਲੋਗਾਰਤ ਹੋਵੇ ਤੇ ਲੋਕਾਂ ਨੂੰ ਜਿਹੜਾ ਉਹ ਉਧਰੋਂ ਧਿਆਨ ਹਟ ਕੇ ਤੇ ਇਸ ਪਾਸੇ ਲਾ ਜਾਏ। ਇਹ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ, ਲੇਕਿਨ ਅੱਜ ਤੱਕ ਅਕਾਲ ਪੁਰਖ ਦੀ ਕਿਰਪਾ ਨਾਲ
ਜਿਹੜਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਸਿਰਜਣਾ ਚਾਹੁੰਦੇ ਸੀ ਨਹੀਂ ਸਿਰਜਿਆ ਗਿਆ। ਸਾਨੂੰ ਭਰੋਸਾ ਉਸ ਗੁਰੂ ਤੇ ਅਕਾਲ ਪੁਰਖ ਤੇ ਜਿਹਨੇ ਸ੍ਰਿਸ਼ਟੀ ਸਾਜੀ ਹੈ ਕਿ ਉਹ ਸਾਨੂੰ ਇਹਦੇ ਵਿੱਚ ਇਹਨਾਂ ਦੀਆਂ ਸਕੀਮਾਂ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਮਨੋਰਥ ਨੇ ਉਹ ਫੇਲ ਹੋਣਗੇ, ਇਹਨਾਂ ਦੀਆਂ ਸਕੀਮਾਂ ਕਾਮਯਾਬ ਨਹੀਂ ਹੋਣਗੀਆਂ ਤੇ ਕਿਸਾਨ ਇੱਕ ਨਾ ਇੱਕ ਦਿਨ ਜਿਹੜਾ ਸੰਘਰਸ਼ ਉੱਤੇ ਚੱਲ ਰਿਹਾ ਉੱਥੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਾ ਕੇ ਤੇ MSP ਪੂਰੇ ਭਾਰਤ 'ਚ ਲਾਗੂ ਕਰਾ ਕੇ ਕਾਨੂੰਨ ਦੇ ਤਹਿਤ ਇਹ ਵਾਪਸ ਆਉਣਗੇ, ਭਾਵੇਂ ਉਹਦੇ ਬਦਲੇ ਕਿੰਨੀ ਵੀ ਕੀਮਤ ਜਿਹੜੀ ਆ ਚੁਕਾਉਣੀ ਪਵੇ। ਕੀਮਤ ਚੁਕਾਉਣੀ ਚਾਹੀਏ। ਲੇਕਿਨ ਲਗਾਤਾਰ ਹੀ ਜਦੋਂ ਵੀ ਕਿਸਾਨ ਖੁਦਕੁਸ਼ੀ ਕਰਦੇ ਨੇ, ਕੋਈ ਵੀ ਸੱਤਾਧਾਰ ਪਾਰਟੀ ਹੁੰਦੀ ਹੈ ਉਹਦਾ ਤਾਂ ਕੋਈ ਜਿਹੜਾ ਕੋਈ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ, ਲੇਕਿਨ ਜਿਹੜੇ ਓਪੋਜੀਸ਼ਨ ਪਾਰਟੀਆਂ ਹਮੇਸ਼ਾ ਹੀ ਉਹਨਾਂ ਤੇ ਸਵਾਲ ਜ਼ਰੂਰ ਚੁੱਕਦੀਆਂ ਨੇ। ਸਾਡੇ ਨਾਲ ਇਸ ਵੇਲੇ ਉਹ ਕਿਸਾਨ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਇਹਦੀ ਬੋਲੀ ਦੇਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਸੀ। ਕੁਲਵੰਤ ਸਿੰਘ ਜੀ, ਲਗਾਤਾਰ ਹੀ ਤੁਹਾਡੇ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਸੀਗੀ, ਅਸੀਂ ਨੋਟਾਂ ਵਾਲੇ ਜਿਹੜੇ ਤੁਹਾਡੇ ਉਹ ਵੀ ਵਿਜ਼ੂਅਲਸ ਵੀ ਵੇਖੇ, ਤੁਸੀਂ ਨੋਟ ਲੈ ਕੇ ਖੜੇ ਹੋ, ਲੇਕਿਨ ਕਿਉਂ ਨਹੀਂ ਸੁਣ ਪਾ ਰਹੇ? ਕੀ ਕਾਰਨ ਕੀ ਹੈ ਇਹਦੇ ਪਿੱਛੇ? ਕੀ ਤੁਸੀਂ ਸਮਝਦੇ ਰਹੇ ਮੁੱਢਲਾ ਕਾਰਨ ਕੀ ਹੈ? ਮੁੱਢਲਾ ਕਾਰਨ ਜੀ ਇਹ ਆ ਕਿ ਜੋ ਸਰਪੰਚ ਸਤਵਿੰਦਰ ਕੌਰ ਭਲਾਈਪੁਰ, ਸਰਪੰਚ MLA ਸਾਹਿਬ ਸੰਤੋਖ ਸਿੰਘ ਦੀ ਜੋ ਕਿ ਭੈਣ ਆ, ਉਹ ਹੋ ਸਕਦਾ ਹੁਣ ਪਤਾ ਲੱਗਾ ਉਹ ਸਸਪੈਂਡ ਵੀ ਹੋ ਚੁੱਕੀ ਆ ਕਿ ਉਹ ਆਪਣੇ ਚਹੇਤਿਆਂ ਨੂੰ, ਆਪਣੇ ਨੇੜੇਦਿਆਂ ਨੂੰ ਸਸਤੀ ਕਰਕੇ ਪੜਦੇ ਨਾਲ ਜ਼ਮੀਨ ਦੇਣੀ ਦੇ ਦਿੱਤੀ, ਸਮਝੋ ਸਾਨੂੰ ਪਤਾ ਲੱਗਾ। ਤਾਂ ਅਸੀਂ ਲੈ ਕੇ ਪੈਸੇ ਵੱਧ ਲੈ ਗਏ ਵੀ 25% ਨਾਲ ਸਾਡੇ ਕੋਲ ਵੱਧ ਲੈ ਕੇ ਜਮ੍ਹਾਂ ਕਰਕੇ ਤੇ ਸਾਡੇ ਕੋਲ ਉੱਪਰ ਬੋਲੀ ਕਰਵਾਈ ਜਾਵੇ ਤਾਂ ਅਸੀਂ ਵੱਧ ਤੋਂ ਵੱਧ ਪੈਸੇ ਦੇਣ ਨੂੰ ਤਿਆਰ ਆ, ਜਿੰਨੀ ਵੱਧ ਤੋਂ ਵੱਧ ਪੈਸੇ। ਲੇਕਿਨ ਜਦੋਂ ਵੀ ਕਿਸਾਨ ਖੁਦਕੁਸ਼ੀ ਕਰ ਲੈਂਦਾ ਉਦੋਂ ਸਰਕਾਰਾਂ ਕੋ ਜਾਗਦੀਆਂ ਨੇ। ਤੁਹਾਡੇ ਵਰਗੇ ਛੋਟੇ ਕਿਸਾਨ ਜਿਹੜੇ ਨੇ ਹਮੇਸ਼ਾ ਹੀ ਆਪਣੇ ਜੇਬ ਦੇ ਵਿੱਚ ਕੋਈ ਨਾ ਕੋਈ ਪੋਇਜ਼ਨਿੰਗ ਲੈ ਕੇ ਤੁਰੇ ਫਿਰਦੇ ਨੇ ਕਿ ਅਸੀਂ ਖੁਦਕੁਸ਼ੀ ਕਰਨਾ ਪਸੰਦ ਕਰਾਂਗੇ, ਕਿਉਂਕਿ ਲੋਕਾਂ ਦਾ ਜੋ ਕਿਸਾਨਾਂ ਦਾ ਖਾਸ ਤੌਰ 'ਤੇ ਰੁਝਾਨ ਜਿਹੜਾ ਆ ਹੁਣ ਖੁਦਕੁਸ਼ੀ ਵੱਲ ਬਹੁਤ ਤੁਰ ਪਿਆ ਸੀਗਾ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਸਾਡੇ ਲੀਡਰ ਨੇ, ਇਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਜੇਕਰ ਇਸ ਤਰ੍ਹਾਂ ਦੇ ਲੋਕ ਜਿਹੜੇ ਤੁਹਾਡੇ ਵਰਗੇ ਬੋਲੀ ਕਰਾਉਣ ਵਾਸਤੇ ਦਰਦ ਜਿਹੜੇ ਧੱਕੇ ਖਾ ਰਹੇ ਨਾਲ? ਉਹ ਤਾਂ ਜੀ ਤੁਹਾਨੂੰ ਪਤਾ ਹੀ ਆ ਕਿ ਕਿਸਾਨਾਂ ਦੀ ਖੁਦਕੁਸ਼ੀ ਤਾਂ ਹੀ ਕਰਦੇ ਆ ਕੋਈ ਪੈਸਾ ਕਿਸੇ ਕੋਲ ਨਹੀਂ, ਭੁੱਖੇ ਮਰਦੇ ਖੁਦਕੁਸ਼ੀਆਂ ਕਰਦੇ ਆ। ਜੇ ਕੋਈ ਅੰਗਾ ਸਾਕਾਂ ਕੋਲ ਰਿਸ਼ਤੇਦਾਰਾਂ ਕੋਲ ਪੈਸੇ ਲੈ ਗਏ, ਆੜ੍ਹਤੀਆਂ ਕੋਲ ਪੈਸੇ ਲੈ ਗਏ ਕਿ ਅਸੀਂ ਠੇਕੇ ਵੀ ਜ਼ਮੀਨ ਲੈ ਕੇ ਵੀ ਆਪਣਾ ਕਾਰੋਬਾਰ ਮਾੜਾ ਮੋਟਾ ਦਾਲ ਫੁਲਕਾ ਚਲਾਈਏ, ਤੇ ਕੋਈ ਸਾਡੀ ਸੁਣਨ ਨੂੰ BDO ਸਾਹਿਬ, ਕੋਈ DDPO ਸਾਹਿਬ ਕੋਈ ਪੈਸੇ ਲੈ ਕੇ ਤੁਰੇ ਫਿਰਦੇ, ਸਾਡੇ ਕੋਲੋਂ ਕੋਈ ਪੈਸੇ ਲੈਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਪੜਦੇ ਨਾਲ ਹੀ ਪੈਸੇ ਵੱਧ ਲੈ ਕੇ ਦੇ ਥੋੜ੍ਹੇ ਪੈਸਿਆਂ 'ਚ ਉਹ ਜਿਹੜੀ ਰਸੀਦ ਕੱਟੀ ਆ ਤੇ ਜ਼ਿਆਦਾ ਪੈਸੇ 2 ਲੱਖ ਰੁਪਈਆ ਆਪ ਮੁਕੰਮਲ ਕਰ ਲਿਆ ਸਾਈਡ ਤੇ, ਉਹ ਕਾਗਜ਼ਾਂ 'ਚ ਪਾਇਆ ਹੀ ਨਹੀਂ। ਤਾਂ ਕਿ ਇਸ ਕਰਕੇ ਭਲਾਈਪੁਰ ਦੀ ਭੈਣ ਜਿਹੜੀ ਆ ਉਹ ਸਾਨੂੰ ਭਲਾਈਪੁਰ ਕੋਈ ਨਿਆਂ ਨਹੀਂ ਦਿੰਦਾ, ਅਫਸਰ ਸਾਰੇ ਉਹਦੇ ਥੱਲੇ ਜਿਹੜੇ ਆ, ਅਸੀਂ ਪੈਸੇ ਲੈ ਕੇ ਤੁਰੇ ਫਿਰਦੇ ਆ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿੰਨੇ 'ਚ, ਅਸੀਂ ਉਹਨੂੰ ਪੁੱਛਦੇ ਆ ਵੀ ਕਿੰਨੇ ਪੈਸਿਆਂ 'ਚ ਪਾਈ ਆ, ਸਾਨੂੰ ਪ੍ਰੂਫ ਦਿਓ, ਅਸੀਂ ਉਹ ਤੋਂ ਵੱਧ ਦੇਣ ਨੂੰ ਤਿਆਰ ਆ। ਉਹ ਕਹਿੰਦੇ ਕੋਈ ਜੇ BDO ਸਾਹਿਬ ਕੋਲ ਜਾਂਦੇ ਉਹ ਕਹਿੰਦਾ ਸੈਕਟਰੀ ਸਾਹਿਬ ਨੂੰ ਪਤਾ, ਸੈਕਟਰੀ ਸਾਹਿਬ ਕਹਿੰਦਾ BDO ਸਾਹਿਬ ਨੂੰ ਪਤਾ, ਸਾਨੂੰ ਕੋਈ ਨਿਆਂ ਨਹੀਂ ਮਿਲਿਆ ਜੀ ਇੱਥੇ। ਅੱਜ 8 ਦਿਨ ਹੋ ਗਏ ਆ, ਅਸੀਂ ਇਸੇ ਤਰ੍ਹਾਂ ਹੀ ਭੱਜੇ ਖੇਤਾਂ ਤੁਰੇ ਫਿਰਦੇ ਆ, ਕੋਈ ਨਿਆਂ ਨਹੀਂ ਮਿਲਿਆ। ਅੱਜ ਤੁਸੀਂ ਸੱਤਾ ਸਾਹਿਬ ਕੋ ਆਏ, ਇਹਨਾਂ ਨੇ ਫਿਰ ਕੀ ਤੁਹਾਡਾ ਆਸ਼ਵਾਸਨ? ਸੱਤਾ ਸਾਹਿਬ ਨੇ ਕਿਹਾ ਜਿੰਨੀ ਜੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਵੱਧ ਤੋਂ ਵੱਧ। ਤੇ ਕੀ ਤੁਸੀਂ ਐਡੀਟੇਸ਼ਨ ਵੀ ਸ਼ੁਰੂ ਕਰ ਸਕਦੇ, ਪ੍ਰੋਟੈਸਟ ਵੀ ਕਰ ਸਕਦੇ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਜੇ ਜੋ ਵੀ ਹੋਇਆ ਉਹ ਕਰਾਂਗੇ। ਜਿੱਦਾਂ ਕਿ ਅਸੀਂ ਗਏ ਸੀ ਉੱਥੇ ਰਈਆ ਬਲਾਕ ਦੇ ਸਾਹਮਣੇ, ਉੱਥੇ ਜੋ ਧਰਨੇ ਲਾਵਾਂਗੇ, ਭੁੱਖ ਹੜਤਾਲ ਕਰਾਂਗੇ, ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਭੁੱਖ ਹੜਤਾਲ ਕਰਾਂਗੇ, ਧਰਨੇ ਲਾਵਾਂਗੇ, ਜੋ ਵੱਧ ਤੋਂ ਵੱਧ ਜੋ ਹੋਇਆ ਉਹ ਕਰਾਂਗੇ। ਸੋ ਲਗਾਤਾਰ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਤੇ ਬੈਠ ਕੇ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰਾਉਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਇੱਥੇ ਪੰਜਾਬ ਦੇ ਕਿਸਾਨ ਵੀ ਖਾਸੇ ਖੁਸ਼ਹਾਲ ਨਹੀਂ ਨਜ਼ਰ ਆ ਰਹੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦਾ ਹੱਥ ਫੜ ਕੇ ਸਹੁੰ ਖਾਧੀ ਗਈ ਸੀਗੀ ਕਿ ਬੇਸ਼ੱਕ ਨਸ਼ਾ ਦੂਰ ਕੀਤਾ ਜਾਏਗਾ ਅਤੇ ਹਰ ਇੱਕ ਕਿਸਾਨ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਜਿਹੜੇ ਨੇ ਪਾਏ ਜਾਣਗੇ। ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਹੀ ਨੇਤਾ ਜਿਹੜੇ ਨੇ ਉਹ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਜਿਹੜਾ ਆ ਉਹ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ, ਅਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜ਼ਿਆਦਾ ਪੈਸਾ ਦੇ ਕੇ ਜਿਹੜਾ ਆ ਜੋ ਕਿ ਸਰਕਾਰ ਦਾ ਰੈਵਨਿਊ ਵਧਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕਿਤੇ ਦਰਕਨਾਕ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ। ਇਸ ਕਰਕੇ ਲਗਾਤਾਰ ਹੀ ਇਹਨਾਂ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਹੈ ਔਰ ਕਿਹਾ ਵੀ ਇਹ ਜਾ ਰਿਹਾ ਕਿ ਜੇ ਅਗਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹੁਣ ਉਹ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਉਹ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਨੇ। ਕੈਮਰਾਮੈਨ ਸਾਹਿਬਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।